जो गुजरात पाकिस्तान ਦੀਆਂ ਗੋਲੀਆਂ ਆਪਸ ਵਿੱਚ ਚੇਂਜ ਹੁੰਦੀਆਂ ਤੇ ਪਿੰਡ ਸੁਣਦੀਆਂ ਉਹਨਾਂ ਗੋਲੀਆਂ ਖਾਈ ਵਿੱਚ ਲਈ ਉਹਨਾਂ ਦੇਖਿਆ ਤੁਸੀਂ ਆਪਣਾ ਜਦੋਂ ਗਏ ਆ ਉਦੋਂ ਤੁਹਾਡੇ ਦਿਮਾਗ ਵਿੱਚ ਕਿਸੇ ਨੇ ਸ਼ੁਰੂ ਕੀਤੀ ਗੱਲ ਇਹਨਾਂ ਨਾਲ ਸਾਈਕੋਲੋਜੀ ਮਾਨਸਿਕ ਹਾਲਤ ਕਿਉਂ ਸਤਿ ਸ਼੍ਰੀ ਅਕਾਲ ਜੀ। ਮਤਲਬ ਮੇਰਾ ਜ਼ਿਲ੍ਹਾ ਗੁਰਦਾਸਪੁਰ ਮਾਹੌਲ ਖਰਾਬ ਸੀ ਔਰ ਮੈਂ ਬਾਹਰ ਰਿਹਾ ਬਹੁਤਾ ਸਮਾਂ। ਮੈਨੂੰ ਚੰਡੀਗੜ੍ਹ 'ਚ ਪੜ੍ਹਨ ਦਾ ਮੌਕਾ ਮਿਲ ਗਿਆ। ਖੇਤੀ ਨਾਲ ਪਿੰਡ 'ਚ ਘੱਟ ਰਿਹਾ, ਵਾਹੀ ਕਦੀ ਕੀਤੀ ਨਹੀਂ। ਬਾਕੀ ਪਰਿਵਾਰ ਵੱਡੇ ਭਾਈ ਸਾਹਿਬ ਨੂੰ ਸਾਰੇ ਕਰਦੇ ਨੇ। ਅਤੇ ਅੱਜ ਤੋਂ ਕੋਈ 6-7 ਸਾਲ ਪਹਿਲਾਂ ਮੈਂ ਰੋਜ਼ ਅਖਬਾਰ ਜਿਵੇਂ ਆਪਾਂ ਸਾਰੇ ਪੜ੍ਹਦੇ ਹਾਂ ਜੀ ਕਿ ਅੱਜ ਇੰਨੇ ਕਿਸਾਨ ਮਰ ਗਏ, ਅੱਜ ਇੰਨੇ ਮਰ ਗਏ, ਇੱਦਾਂ ਦਾ ਰੋਜ਼ ਪੜ੍ਹਨਾ। ਅਤੇ ਦਿਮਾਗ ਐਂ ਹੋ ਗਿਆ ਕਿ ਯਾਰ ਬੰਦ ਕਰਤੀ। ਅਖਬਾਰ ਪੜ੍ਹਦੀ ਕਈ ਦਿਨ ਹੈ ਅਤੇ ਸੋਚੀ ਗਿਆ ਕਿ ਯਾਰ ਬਾਬਾ ਨਾਨਕ ਸਾਡਾ ਤਾਂ ਕੁਛ ਹੋਰ ਕਹਿ ਕੇ ਗਿਆ ਖੇਤੀ ਬਾਰੇ, ਤਾਂ ਬਹੁਤ ਵੱਡੇ ਉਹਨਾਂ ਦੇ ਇੱਥੇ ਖੇਤੀ ਨੂੰ ਕੀ ਕਰ ਲਓ। ਤਾਂ ਇੱਕ ਜਿਵੇਂ ਦਾ ਸਾਡਾ ਜਿਵੇਂ ਪੜ੍ਹਾਈ ਲਿਖਾਈ ਨਾਲ ਜੁੜੇ ਸੀ ਉਵੇਂ ਸੋਚੀ ਗਏ, ਦਿਨ ਰਾਤ ਮੇਰਾ ਦਿਮਾਗ ਉੱਥੇ ਚੱਲ ਰਿਹਾ ਸੀ ਕਈ ਦਿਨਾਂ। ਅਤੇ ਫਿਰ ਮੈਂ ਨਾ ਕੋਸ਼ਿਸ਼ ਕਰ ਰਿਹਾ ਸੀ ਕਿ ਕਿਸਾਨ ਅਤੇ ਕਿਸਾਨੀ ਨੂੰ ਅੱਡ ਅੱਡ ਕੀਤਾ ਜਾਵੇ ਦੋਵਾਂ ਨੂੰ। ਇੱਕ ਕਿਸਾਨ ਹੈ, ਇੱਕ ਕਿਸਾਨੀ ਹੈ, ਕਿ ਗੜਬੜ ਕਿਸਾਨ 'ਚ ਆ ਕਿ ਕਿਸਾਨੀ 'ਚ ਆ, ਗੜਬੜ ਕਿੱਥੇ ਸੀ। ਮੈਂ ਇਹ ਵੇਖਣ ਜਦੋਂ ਦੋਵਾਂ ਚੀਜ਼ਾਂ ਨੂੰ ਅੱਡ ਅੱਡ ਕਰਤਾ ਤਾਂ ਫਿਰ ਮੈਨੂੰ ਦਿਸਣਾ ਸ਼ੁਰੂ ਹੋਇਆ ਕਿ ਸਾਡੇ ਇਸੇ ਸਮਾਜ 'ਚ ਉਹ ਕਿਸਾਨ ਵੀ ਆ ਜਿਨ੍ਹਾਂ ਨੂੰ ਅਸੀਂ ਪ੍ਰੋਗਰੈਸਿਵ ਫਾਰਮਰਸ ਕਹਿ ਰਹੇ ਹਾਂ। ਉਹ ਬੜੇ ਅਗਾਂਹ ਵਧੂ ਕਿਸਾਨ ਨੇ, ਬੜੇ ਸੋਹਣੇ ਕੰਮ ਕਰ ਰਹੇ ਨੇ। ਤਾਂ ਫਿਰ ਮੈਨੂੰ ਲੱਗਿਆ ਕਿ ਨਹੀਂ, ਇਹਦਾ ਮਤਲਬ ਕਿਸਾਨੀ 'ਚ ਗੜਬੜ ਨਹੀਂ ਗਈ, ਸਾਡੇ ਕਿਸਾਨ 'ਚ ਗੜਬੜ ਆ ਗਈ। ਤਾਂ ਇੱਕ ਦਿਨ ਅਸੀਂ ਚੰਡੀਗੜ੍ਹ ਕਿਸੇ ਕੰਮ ਗਏ ਅਤੇ ਸ਼ਾਮ ਨੂੰ ਵਾਪਸ ਆ ਰਹੇ ਸੀ ਤਾਂ ਖੇਤੀਬਾੜੀ ਦਾ ਪ੍ਰੋਗਰਾਮ ਚੱਲ ਰਿਹਾ ਸੀ, ਉਹਦੇ 'ਚ ਇੰਟਰਵਿਊ ਆ ਰਹੀ ਸੀ। ਅਤੇ ਅਸੀਂ ਉਹ ਇੰਟਰਵਿਊ ਸੁਣਦੇ ਪਟਿਆਲੇ ਪਹੁੰਚ ਗਏ। ਕਾਫੀ ਲੰਮੀ ਇੰਟਰਵਿਊ ਚੱਲ ਰਹੀ ਸੀ ਅਤੇ ਮੈਂ ਕਈ ਦਿਨ ਉਹਦੇ ਇੰਟਰਵਿਊ ਬਾਰੇ ਸੋਚੀ ਗਿਆ। ਅਤੇ ਫਿਰ ਜਿਨ੍ਹਾਂ ਨੇ ਉਹ ਇੰਟਰਵਿਊ ਲਈ ਸੀ ਸਾਡੇ ਇੱਥੋਂ ਆਪਣੇ ਰੇਡੀਓ ਭਾਗ 'ਚ ਰਿਟਾਇਰਡ ਹੋ ਗਿਆ, ਆਪਣੇ ਕੀ ਨਾਮ ਉਹ ਸੀ ਆਪਣੇ ਮਿੱਤਰ ਸੀ ਮੇਰੇ ਨਾਲ। ਅਸੀਂ ਉਹਨਾਂ ਨੂੰ ਫੋਨ ਕੀਤਾ ਅਤੇ ਉਹ ਇੰਟਰਵਿਊ ਸੀ ਡਾਕਟਰ ਅਵਤਾਰ ਸਿੰਘ ਦੀ। ਮੈਂ ਨਹੀਂ ਸੀ ਜਾਣਦਾ ਇਹਨਾਂ ਨੂੰ। ਮੈਂ ਉਹਨਾਂ ਤੋਂ ਟੈਲੀਫੋਨ ਨੰਬਰ ਮੰਗਿਆ, ਉਹਨਾਂ ਨੇ ਮੈਨੂੰ ਟੈਲੀਫੋਨ ਨੰਬਰ ਦੇ ਦਿੱਤਾ। ਮੈਂ ਇਹਨਾਂ ਨਾਲ ਗੱਲ ਕੀਤੀ। ਇਹ ਗੱਲ ਆ 2014 ਦੀ ਗੱਲ ਹਾਂਜੀ 2014 ਦੀ ਗੱਲ ਆ। ਅਤੇ ਜਦੋਂ ਗੱਲ ਹੋਈ ਪਤਾ ਲੱਗਿਆ ਕਿ ਇਹ ਫਗਵਾੜੇ ਰਹਿੰਦੇ ਨੇ। ਤਾਂ ਉਸ ਤੋਂ ਪਹਿਲਾਂ ਮੈਂ ਉੱਤਰ ਪ੍ਰਦੇਸ਼ 'ਚ ਇੱਕ ਰਾਸ਼ਟਰਪਤੀ ਅਵਾਰਡੀ ਫਾਰਮਰ ਸਾਡੇ, ਉਹ ਹਰਿਆਣੇ 'ਚ ਪੰਜਾਬ ਦੇ ਹੋਰ ਫਾਰਮਰਸ, ਮੈਨੂੰ ਜਿੱਥੇ ਵੀ ਪਤਾ ਲੱਗਦਾ ਸੀ ਮੈਂ ਚਲੇ ਜਾਂਦਾ ਸੀ ਉਹਨਾਂ ਨੂੰ ਵੇਖਣ ਵਾਸਤੇ ਕਿ ਕਿਸਾਨਾਂ ਨੂੰ ਰਾਸ਼ਟਰਪਤੀ ਅਵਾਰਡ ਵੀ ਮਿਲ ਰਿਹਾ। ਤਾਂ ਮਤਲਬ ਉਹਨਾਂ ਦੇ ਵਿੱਚ ਕੁਛ ਤਾਂ ਹੋਏਗਾ, ਸਿਰਫ ਕੋਈ ਸਮਝਣ ਵਾਸਤੇ। ਅਤੇ ਜਦੋਂ ਮੇਰੀ ਉਹ ਇੰਟਰਵਿਊ ਤੋਂ ਬਾਅਦ ਮੈਂ ਭਾਈ ਉਹਨਾਂ ਨਾਲ ਗੱਲ ਹੋਈ ਮੇਰੀ, ਤਾਂ ਫਿਰ ਮੈਂ ਇਹਨਾਂ ਨਾਲ ਅਪਰੋਚ ਕੀਤੀ ਅਤੇ ਮੈਂ ਜਨਵਰੀ 2014 ਦੇ ਵਿੱਚ ਆਈ ਥਿੰਕ ਮੈਂ ਇਹਨਾਂ ਦੇ ਖੇਤ 'ਚ ਪਹਿਲੀ ਵਾਰ ਵਿਜ਼ਿਟ ਕੀਤਾ। ਅਤੇ ਉਸ ਤੋਂ ਬਾਅਦ ਮੈਨੂੰ ਸਮਝ, ਕਿਉਂਕਿ ਮੈਂ ਖੇਤੀ ਨਾਲ ਉਵੇਂ ਮੈਨੂੰ ਪਤਾ ਨਹੀਂ ਸੀ ਹੁੰਦਾ। ਤਾਂ ਫਿਰ ਲਗਾਤਾਰ ਮੈਂ 1 ਸਾਲ, ਕਿਉਂਕਿ ਸ਼ਨੀ ਐਤਵਾਰ ਮੈਨੂੰ ਛੁੱਟੀ ਹੁੰਦੀ ਸੀ, ਕਿਸੇ ਇੱਕ ਦਿਨ ਵਿੱਚੋਂ ਮਹੀਨੇ ਹਰ ਮਹੀਨੇ ਦੇ ਮਹੀਨੇ ਅਸੀਂ ਇਹਨਾਂ ਦੇ ਖੇਤ 'ਚ ਜਾਣਾ। ਮੈਂ ਅਤੇ ਮੇਰੇ ਮਿੱਤਰ ਸੀ ਢੇਵੇ ਤੋਂ ਹਰਿਆਣੇ 'ਚ, ਉਹ ਮੇਰੇ ਮਿੱਤਰ, ਅਸੀਂ ਇਕੱਠੇ ਜਾਣਾ ਦੋਵਾਂ ਜਗ੍ਹਾ। ਅਤੇ ਸਿਰਫ ਉਹ ਸਾਈਕਲ ਸਮਝਣ ਵਾਸਤੇ ਕਿ ਇਹਨਾਂ ਦੀ ਖੇਤੀ ਦਾ ਉਹ ਸਾਈਕਲ ਕੀ ਹੈ, ਕਿਵੇਂ ਕਿਉਂਕਿ ਇਹ ਗੰਨਾ ਬੀਜਦੇ ਨੇ 8x4 'ਤੇ। ਹਰ ਚੀਜ਼ ਦਾ ਪਲਾਂਟ ਨਿੱਕੇ, ਸਰੋਂ ਦਾ ਬੀਜ ਬਿਜਨੇ 6 ਗ੍ਰਾਮ ਨਾਲ ਕਿੱਲਾ ਸਰੋਂ ਬੀਜ ਦਿੰਦੇ ਆ, ਕੁਇੰਟਲ ਗੰਨੇ ਨਾਲ ਕਿੱਲਾ ਗੰਨਾ ਬੀਜ ਦਿੰਦੇ ਆ। ਮਤਲਬ ਇੱਕ ਬੜਾ ਆਸ਼ਚਰਜਨਕ ਆ ਸਾਰਾ ਕੁਛ। ਅਤੇ ਜਦੋਂ ਅਸੀਂ ਉਹ ਸਾਈਕਲ ਸਮਝਦੇ ਪੂਰਾ ਵੇਖਿਆ ਕਿ ਪੀਰੀਅਡ ਕਿਵੇਂ ਲੰਘਦਾ, ਤਾਂ ਫਿਰ ਮੈਂ ਜਦੋਂ ਅਸੀਂ ਕਿਸਾਨਾਂ ਨਾਲ ਗੱਲਾਂ ਸ਼ੁਰੂ ਕੀਤੀਆਂ ਮੈਂ ਕਰਨੀਆਂ ਕਿ ਯਾਰ ਕਿਸਾਨ ਤਾਂ ਬਹੁਤ ਪੁੱਠੇ ਪਾਸੇ ਜਾ ਰਿਹਾ। ਅਤੇ ਜਿਹੜੇ ਉਹ ਸਾਰੇ ਬਾਕੀ ਫਾਰਮਰ ਸੀ ਉਹ ਚੰਗਾ ਕੰਮ ਕਰ ਰਹੇ ਸੀ, ਪਰ ਮੈਨੂੰ ਉਹਨਾਂ ਸਾਰਿਆਂ ਦੇ ਵਿੱਚੋਂ ਮੈਂ ਇਹਨਾਂ ਨਾਲ ਤਾਂ ਜੁੜਿਆ ਕਿਉਂਕਿ ਕੁਦਰਤ ਵਾਲੇ ਪਾਸੇ ਨੂੰ ਵੱਧ ਰਹੇ ਆ। ਦੂਜੇ ਕੋਈ ਪੋਲੀ ਹਾਊਸ ਆ, ਕੋਈ ਕੁਛ, ਉਹ ਥੋੜ੍ਹਾ ਮਤਲਬ ਐਕਸਪੈਂਸਿਵ ਲਾ ਲਓ ਜਾਂ ਕੁਦਰਤ ਉਹਦੇ ਵਿੱਚ ਵੀ ਸੀ। ਪਰ ਜਿਹੜਾ ਜਿੱਧਰ ਇਹ ਤੁਰੇ ਹੋਏ ਸੀ ਉਹ ਬਿਲਕੁਲ ਕੁਦਰਤ ਵਾਲੇ ਪਾਸੇ ਨੂੰ ਤੁਰੇ ਨੇ, ਬਿਲਕੁਲ। ਕੋਈ ਵੀ ਇਹਨਾਂ ਦੇ ਖੇਤ 'ਚ ਮੈਨੂੰ ਇੰਨੇ ਸਾਲ ਹੋ ਗਏ, ਮੈਂ ਕਦੀ ਮੋਟਰ ਨਹੀਂ ਚੱਲਦੀ ਵੇਖੀ ਅੱਜ ਤੱਕ ਇਹਨਾਂ ਦੇ ਖੇਤ 'ਚ। ਇਹਨਾਂ ਦੇ ਇਹ ਆਪਣੇ ਖੇਤ 'ਚ ਕਦੀ ਯੂਰੀਆ ਦਾ ਇੱਕ ਦਾਣਾ ਵੀ ਨਹੀਂ ਪਾਉਂਦੇ, ਕੋਈ ਪੈਸਟੀਸਾਈਡ ਨਹੀਂ ਕਰਦੇ। ਅਤੇ ਜਦੋਂ ਮੈਨੂੰ ਉਹ ਗੱਲ ਸਮਝ ਆ ਗਈ ਤਾਂ ਮੈਂ ਫਿਰ ਇਹਨਾਂ ਦਾ ਲੜ ਫੜਿਆ ਔਰ ਮੈਂ ਇਹਨਾਂ ਨੂੰ ਆਪਣਾ ਗੁਰੂ ਧਾਰਿਆ ਕਿ ਖੇਤੀ। ਅਸੀਂ ਨਾ ਇੱਕ ਦਾਅਵਾ ਦਿੱਤਾ ਹੈ, ਪਾਣੀ ਤੋਂ ਬਚੋ, ਰਸਾਇਣਕ ਖਾਦਾਂ ਤੋਂ ਆਪੇ ਬਚੋ। ਉਹ ਉਹਦੇ ਬਾਰੇ ਬਾਅਦ ਗੱਲ ਕਰਨੀ। ਅਤੇ ਫਿਰ ਜਦੋਂ ਅਸੀਂ ਕਿਸਾਨਾਂ ਨਾਲ ਗੱਲਾਂ ਸ਼ੁਰੂ ਕੀਤੀਆਂ ਕਿ ਯਾਰ ਤੁਸੀਂ ਗਲਤ ਪਾਸੇ ਨੂੰ ਤੁਰੇ ਹੋਏ ਜੀ, ਉਹ ਮੈਨੂੰ ਬੜੀ ਸੌਖਾ ਹੁੰਦਾ ਕਿਸੇ ਨੂੰ ਇਹ ਕਹਿ ਦੇਣਾ ਤੂੰ ਕਿਹੜਾ ਖੇਤੀ ਕਰਦਾ, ਤੈਨੂੰ ਕੀ ਪਤਾ ਖੇਤੀ ਕੀ ਹੁੰਦੀ।
ਤਾਂ ਫਿਰ ਮੈਂ ਉਸੇ ਸਾਲ ਹੀ ਪਿੰਡ ਇੱਕ ਖੇਤ ਆਪਣਾ ਮੈਂ ਕਿਹਾ ਜੀ ਇਹ 'ਚ ਮੈਂ ਖੇਤੀ ਕਰਾਂਗਾ। ਤੇ ਮੇਰੇ ਨਾਲ ਕੋਈ ਵੀ ਰਲਿਆ ਨਹੀਂ, ਕਿਉਂਕਿ ਮੈਂ ਗੰਨਾ ਬੀਜ 8x4 ਤੇ ਜਾ ਕੇ ਮਸਰ ਬੀਜ ਤੇ ਇੱਕ ਦਾਣਾ ਲੈ ਕੇ ਪਹਿਲਾਂ ਮੱਕੀ ਬੀਜੀ, ਤੇ ਮੇਰੇ ਹਿੱਸੇ ਨਾਲ ਵੀ ਕੋਈ ਜਲਣ ਨੂੰ ਤਿਆਰ ਨਹੀਂ ਸੀ। ਉਹ ਕਹਿੰਦੇ ਇਸ 'ਚ ਸਾਡਾ ਹਿੱਸੇ ਕੀ ਆਉਣਾ, ਤੂੰ ਤਾਂ ਦਾਣਾ ਤੂੰ ਤਾਂ ਨਜ਼ਾਰੇ ਲੈ ਰਿਹਾ। ਤਾਂ ਜਦੋਂ ਮੇਰੀ ਉਹਦੇ ਵਿੱਚ ਮੈਂ ਪਟਿਆਲੇ ਤੋਂ ਜਾ ਕੇ ਆਪ ਪਾਣੀ ਲਾਉਣਾ ਖੇਤ ਨੂੰ, ਮਤਲਬ ਬੜਾ ਜਨੂਨ ਸੀ ਕਿ ਨਹੀਂ ਇਹ ਕਰਨੀ ਹੈ, ਜ਼ਰੂਰ ਕਰਨੀ ਹੈ। ਮੈਂ ਆਪਣੇ ਵਾਸਤੇ ਨਹੀਂ ਕਰਨੀ ਸੀ, ਮੈਂ ਆਪਣੇ ਲੋਕਾਂ ਵਾਸਤੇ ਕਰਨਾ ਚਾਹੁੰਦਾ ਸੀ। ਮੈਨੂੰ ਵੇਖ ਕੇ ਕੋਈ 2-4 ਜਿਹੜੇ ਵੀ ਕਿਸਾਨ ਇੱਧਰ ਆਉਣਗੇ ਕੁਝ ਭਲਾ ਹੋ ਸਕਦਾ। ਤੇ ਮੈਂ ਲੱਗਾ ਰਿਹਾ ਜੀ, ਬੜੇ ਸਿਦਕ ਦਿਲੀ ਨਾਲ ਮੈਂ ਉਸ ਕੰਮ 'ਚ ਲੱਗਾ ਰਿਹਾ। ਮੇਰੇ ਗੰਨੇ ਦਾ ਝਾੜ ਪਹਿਲੇ ਸਾਲ 200 ਤੇ 75 ਕੁਇੰਟਲ ਆਇਆ। ਫਿਰ ਮੇਰਾ ਜਦੋਂ ਦੂਜੇ ਸਾਲ ਫਿਰ ਮੇਰੇ ਜਿਹੜੇ ਬੰਦੇ ਮੇਰੇ ਨਾਲ ਸੀ ਦੂਜੀ ਖੇਤੀ 'ਚ ਜਿਹੜੇ ਹੋਏ, ਉਹਨਾਂ ਨੂੰ ਸਮਝ ਆ ਗਈ ਕਿ ਜੇ ਇਹ ਬੰਦਾ ਇੱਥੋਂ ਤੱਕ ਆ ਸਕਦਾ ਤੇ ਅਸੀਂ ਤਾਂ ਇੱਥੇ ਰਹਿੰਦੇ ਹਾਂ। ਕਿਉਂਕਿ ਗੰਨੇ ਦੇ ਵਿੱਚ ਜਿਹੜੀ ਜਰਮੀਨੇਸ਼ਨ ਸੀ ਉਹ 100% ਨਹੀਂ ਸੀ, ਉਹ ਲਗਭਗ 60-65% ਹੋਈ ਸੀ। ਮੇਰੇ ਕੋਲ ਪਲਾਂਟ ਸੁੱਕ ਜਾਂਦਾ, ਫਿਰ ਲਾਉਣਾ ਚਾਹੀਦਾ, ਉਹ ਮੈਂ ਕਰ ਨਹੀਂ ਸੀ ਸਕਿਆ। ਤੇ ਉਹਨਾਂ ਨੂੰ ਸਮਝ ਆ ਗਈ ਕਿ ਅਸੀਂ ਕਰ ਸਕਦੇ ਹਾਂ। ਤੇ ਜਦੋਂ ਉਹ ਫਿਰ ਅਗਲੇ ਸਾਲ ਮੇਰੇ ਨਾਲ ਜੁੜ ਗਏ ਤੇ ਮੈਂ ਉਹਦੇ ਵਿੱਚ 350-360 ਕੁਇੰਟਲ ਗੰਨਾ ਕੱਢਿਆ ਉਸ ਖੇਤ ਵਿੱਚ। ਤੇ ਜਿਹੜਾ ਆਮ ਸਾਡਾ ਟ੍ਰੈਡੀਸ਼ਨਲ ਆ ਉਹ ਵੀ 300-350-400 ਤੱਕ ਮੈਕਸਿਮਮ ਗੰਨਾ ਕੱਢਿਆ। 8x4 ਨਾ ਜਿਹੜਾ ਅਸੀਂ ਪੁਰਾਣੇ ਤਰੀਕੇ ਨਾਲ ਬੀਜਦੇ ਆ ਉਹ ਵੀ ਸਾਡੇ 400 ਗੰਨਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। 350-400 ਤੇ ਮੇਰਾ 8x4 ਤੇ ਮੈਂ 350-360 ਕੁਇੰਟਲ ਮੈਂ ਗੰਨਾ ਕੱਢਿਆ ਤੇ ਮੈਨੂੰ ਲੱਗਿਆ ਉਹ ਦਾ ਵੰਡਰਫੁਲ ਸੀ। ਉਹਦੇ ਵਿੱਚ ਮੈਂ ਮਸਰ ਬੀਜੇ, ਮੂੰਗੀ ਬੀਜੀ, ਰਾਜਮਾ ਵੀ ਬੀਜੇ, ਕਿਉਂਕਿ ਮੈਂ ਸਬਜ਼ੀ ਵਾਲੇ ਪਾਸੇ ਨਹੀਂ ਜਾ ਰਿਹਾ ਸੀ, ਦਾਲਾਂ ਦੇ ਨਾਲ ਮੈਨੂੰ ਇੰਟਰ ਕ੍ਰੋਪਿੰਗ ਕਰਨੀ। ਪਰ ਕਿਉਂਕਿ ਮੈਂ ਪਟਿਆਲੇ ਬੈਠਾ ਔਰ ਇਹ ਜਿਹੜੀ ਖੇਤੀ ਹੈ 100% ਮੰਗਦੀ ਹੈ ਤੁਹਾਡੀ ਪ੍ਰੈਜ਼ੈਂਸ, ਕੰਮ ਨਹੀਂ ਮੰਗਦੀ ਤੁਹਾਡੇ ਕੋਲ, ਤੁਹਾਡੀ ਪ੍ਰੈਜ਼ੈਂਸ ਜ਼ਰੂਰ ਮੰਗਦੀ ਹੈ। ਫਿਰ ਅਸੀਂ ਭਾਜੀ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਕਿਉਂਕਿ ਇਹ ਤਾਂ ਬਿਲਕੁਲ ਝੋਨੇ ਵਾਲੇ ਪਾਸੇ ਨੂੰ ਤਾਂ ਇਹ ਕਾਟਾ ਮਾਰਦੇ ਨੇ ਕਿ ਅਸੀਂ ਝੋਨਾ ਬੀਜਣਾ ਹੀ ਨਹੀਂ ਪੰਜਾਬ, ਕਿਉਂਕਿ ਇਹ ਸਾਡੀ ਫਸਲ ਨਹੀਂ। ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਨਹੀਂ, ਕਿਉਂਕਿ ਸਾਡੇ ਮੈਕਸਿਮਮ ਫਾਰਮਰਸ ਜਿਹੜੇ ਨੇ ਉਹ ਜੀਰੀ ਵੱਲ ਆ, ਅਸੀਂ ਉਹਨਾਂ ਨੂੰ ਜੇ ਆਪਾਂ ਬਦਲਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਇੰਨੀ ਛੇਤੀ ਨਹੀਂ ਇਸ ਪਾਸੇ ਨੂੰ ਆਉਣਗੇ। ਤਾਂ ਆਪਾਂ ਜੀਰੀ ਦੇ ਉੱਤੇ ਇਹਦੇ 'ਚ ਇਹਨਾਂ ਨੇ ਆਲਰੇਡੀ ਕਰਕੇ ਛੱਡ ਚੁੱਕੇ ਸੀ ਇਹ ਸਾਰਾ ਕੁਝ ਕਈ ਸਾਲ ਪਹਿਲਾਂ। ਤੇ ਜਦੋਂ ਸਾਡੇ ਸਾਰਿਆਂ ਦਾ, ਕਿਉਂਕਿ ਇੱਕ ਸਾਡਾ ਬਹੁਤ ਵਧੀਆ ਗਰੁੱਪ ਆ ਤੇ ਅਸੀਂ ਸਾਰਿਆਂ ਨੇ ਕੀਤਾ, ਤੇ ਫਿਰ ਅਸੀਂ ਸਭ ਤੋਂ ਪਹਿਲਾਂ ਇੱਕ ਪ੍ਰੋਜੈਕਟ ਦੇ ਤੌਰ ਤੇ, ਪਾਇਲਟ ਪ੍ਰੋਜੈਕਟ ਦੇ ਤੌਰ ਤੇ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਵਿੱਚ 2 ਕਿੱਲੇ ਜੀਰੀ ਬੀਜੀ। ਔਰ ਉੱਥੇ ਸਾਡੇ ਜਿਵੇਂ ਇਹਦੇ ਕਿਸਾਨੀ ਸਤਸੰਗ ਚੱਲਦੇ ਆ, ਇਹ ਤਾਂ ਅਸੀਂ ਹਰ 6 ਮਹੀਨੇ ਬਾਅਦ ਅਸੀਂ ਆਪਣੇ ਕਰਦੇ ਹੀ ਹਾਂ ਗਰੁੱਪ 'ਚ। ਫਿਰ ਉੱਥੇ ਵੀ ਅਸੀਂ ਕੀਤੇ ਜੀ, ਤੇ ਉੱਥੇ ਇਹ ਸਾਰੀਆਂ ਗੱਲਾਂ ਜਿਹੜੀਆਂ ਜਦੋਂ ਨਿਕਲ ਕੇ ਆਈਆਂ ਤੇ ਸਾਡਾ ਜਿਹੜਾ ਸਾਰਾ ਗਰੁੱਪ ਸਾਡੇ ਜੁੜੇ ਹੋਏ ਸੀ, ਅਸੀਂ ਆਪਣੇ ਆਪਣੇ ਖੇਤਾਂ 'ਚ ਜਾ ਕੇ, ਮੈਂ ਪਹਿਲੇ ਸਾਲ 2 ਕਿੱਲੇ ਝੋਨਾ ਲਾਇਆ ESR ਵਿਧੀ ਦਾ। ਔਰ ਉਹਦੇ ਵਿੱਚ ਕਿਉਂਕਿ ਜਦੋਂ ਅਸੀਂ ਨਵੇਂ ਰਸਤੇ ਤੇ ਤੁਰਦੇ ਹਾਂ ਤਾਂ ਮੁਸ਼ਕਲਾਂ ਤੇ ਆਉਂਦੀਆਂ ਹੀ ਨੇ, ਕਿਉਂਕਿ ਵਿਧੀ ਨਵੀਂ ਹੋ ਸਕਦੀ ਹੈ। ਅਸੀਂ ਜਿਹੜਾ ਟ੍ਰੈਡੀਸ਼ਨਲ ਕੱਦੂ ਵਾਲਾ ਉਹ 'ਚ ਤੁਹਾਨੂੰ ਕੋਈ ਬਹੁਤੀ ਸਿਰਦਰਦੀ ਦੀ ਲੋੜ ਨਹੀਂ, ਕਿਉਂਕਿ ਇੱਕ ਪ੍ਰੈਕਟਿਸ ਸਾਡਾ ਮਾਈਂਡ ਸੈਟ ਆਉਂਦਾ, ਅਸੀਂ ਉਹ 'ਚ ਕਰਦੇ ਹਾਂ, ਸਾਨੂੰ ਪਤਾ ਹੋਣਾ ਡਾਕਟਰ ਨੇ ਦੱਸਤਾ ਕਿ 10 ਦਿਨਾਂ ਬਾਅਦ ਆਹ ਬਿਮਾਰੀ ਆ ਜਾਣੀ ਹੈ, 15 ਦਿਨਾਂ ਬਾਅਦ ਆਹ ਬਿਮਾਰੀ ਹੋਣੀ ਹੈ। ਉਵੇਂ ਸਾਡੇ ਦੁਕਾਨਦਾਰ, ਅਸੀਂ ਉਸ ਸਾਈਕਲ 'ਚ ਫਸੇ ਹੋਏ ਹਾਂ, ਅਸੀਂ ਨਿਕਲ ਗਏ। ਪਰ ਜਦੋਂ ਅਸੀਂ ਕਿਸੇ ਨਵੇਂ ਪਾਸੇ ਨੂੰ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਕੁਝ ਮੁਸ਼ਕਲਾਂ ਵੀ ਹੋਣਗੀਆਂ। ਪਰ ਅਸੀਂ ਇਹ ਸਾਡੀ ਅੱਜ ਚਿੰਤਾ ਦਾ ਵਿਸ਼ਾ ਇਹ ਆ ਕਿ ਜਿਹੜੀਆਂ ਗਲਤੀਆਂ ਅਸੀਂ ਕਰਕੇ, ਅੱਜ ਮੈਨੂੰ 4 ਸਾਲ ਹੋ ਗਏ ਜੀਰੀ ਦੀ ESR ਵਿਧੀ ਨਾਲ, ਕਿ ਜਿਹੜੀਆਂ ਗਲਤੀਆਂ ਮੈਂ ਕਰਕੇ ਇੱਥੋਂ ਤੱਕ ਪਹੁੰਚਿਆ, ਜਿਹੜੇ ਨਵੇਂ ਫਾਰਮਰਸ ਜੁੜਨਾ ਚਾਹੁੰਦੇ ਨੇ ਕਿਤੇ ਉਹ ਨਾ ਉਹਨਾਂ ਨੂੰ ਉਹ ਗਲਤੀਆਂ ਕਰਨ ਦੀ ਲੋੜ ਨਾ ਪਵੇ, ਉਹਨਾਂ ਦਾ 100% ਰਿਜ਼ਲਟ ਆਉਣਾ ਚਾਹੀਦਾ ਔਰ ਖੁਸ਼ ਹੋਣ। ਜੇ ਤੁਸੀਂ ਵਧੀਆ ਤੁਹਾਡੇ ਰਿਜ਼ਲਟ ਆਉਣਗੇ, ਤੁਹਾਨੂੰ ਵੇਖ ਕੇ ਤੁਹਾਡੇ ਪਿੰਡ ਦੇ, ਤੁਹਾਡੇ ਨੇੜੇ ਤੇੜੇ ਦੇ ਹੋਰ ਭੈਣ ਭਰਾ ਸਾਡੇ ਨਾਲ ਇਸ ਪਾਸੇ ਨੂੰ ਆਉਣਗੇ ਤਾਂ ਉਹ ਸਿਖਾਲੇ ਹੋ ਜਾਣਗੇ, ਬਹੁਤ ਸਿਖਾਲੇ। ਮੈਂ ਸਾਰੀ ਖੇਤੀ ਕਿਰਾਏ ਦੇ ਸੰਦਾਂ ਨਾਲ ਕਰਦਾ, ਮੇਰੇ ਕੋਲ ਆਪਣਾ ਕੋਈ ਟਰੈਕਟਰ ਨਹੀਂ, ਕੋਈ ਕੁਛ। 15 ਕਿੱਲੇ ਦੀ ਮੈਂ ਵਾਹੀ ਕਰਦਾ। ਮੈਂ ਕੋਈ 12 ਤੋਂ 14,000 ਰੁਪਇਆ ਮੇਰਾ ਕਿੱਲੇ ਦਾ ਖਰਚ ਕੱਦੂ ਵਾਲੇ ਦਾ, ਜੇ ਕਿਰਾਏ ਤੇ ਕਰਦੇ ਆ, ਸਾਰਾ ਪਾ ਲਾ ਕੇ ਮੈਨੂੰ ਲੱਗਦਾ ਇੰਨਾ ਕਰ। ਅੱਜ ਮੈਂ 3500 ਤੋਂ 4000 ਤੇ ਆ ਗਿਆ ਕਿਰਾਏ ਦੇ ਸੰਦਾਂ ਤੇ। ਜੇ ਤੁਹਾਡੇ ਕੋਲ ਜਿਨ੍ਹਾਂ ਦੇ ਆਪਣੇ ਸੰਦ ਬੰਦ ਨੇ, ਮੈਨੂੰ ਲੱਗਦਾ 500 ਰੁਪਏ 'ਚ ਝੋਨਾ ਬੀਜਿਆ ਜਾਂਦਾ ਸੀ, 500 ਰੁਪਏ 'ਚ। ਇਸ ਤੋਂ ਬਾਅਦ ਤੁਹਾਡਾ ਵੱਧ ਤੋਂ ਜੇ ਤੁਸੀਂ ਜਿਹੜੀਆਂ ਤੁਹਾਡੀਆਂ ਖਾਦਾਂ ਦਾ ਖਰਚਾ ਹੋ ਸਕਦਾ, 500 ਰੁਪਏ 'ਚ ਜੀਰੀ ਦੀ ਬਿਜਾਈ ਹੋ ਜਾਂਦੀ ਹੈ ਜਿਨ੍ਹਾਂ ਦੇ ਆਪਣੇ ਸੰਦ ਬੰਦ। ਠੀਕ ਹੈ। ਤੇ ਜੇ ਅਸੀਂ ਫਾਰਮ ਜਿਹੜੇ ਉਹ ਸਾਡਾ, ਜੇ ਮੈਂ 14,000 ਰੁਪਇਆ ਖਰਚਦਾ ਸੀ, ਅੱਜ ਮੈਂ 4,000 ਖਰਚਦਾ ਤਾਂ ਮੇਰਾ 10,000 ਬਚਿਆ, ਉਹ ਤਾਂ ਮੇਰੀ ਜੇਬ 'ਚ ਹੈ। ਜੇ ਮੈਂ 10 ਕਿੱਲੇ ਵਿੱਚ ਝੋਨਾ ਲਾ ਰਿਹਾ ਤੇ ਮੇਰਾ ਤੇ ਲੱਖ ਰੁਪਇਆ ਮੇਰੀ ਜੇਬ 'ਚ ਆ ਗਿਆ। ਅਦਰਵਾਈਜ਼ ਕੀ ਹੋਣਾ ਸੀ, ਉਹ ਮੈਂ ਮਿੱਟੀ 'ਚ ਸੁੱਟਣਾ ਸੀ। ਮੈਕਸਿਮਮ ਜਦੋਂ ਆਪਾਂ ਵੱਧ ਖਰਚਾ ਕਰਕੇ ਵੱਧ ਆਮਦਨ ਕਮਾਉਣ ਵਾਲੇ ਪਾਸੇ ਨੂੰ ਜਦੋਂ ਤੁਰਦੇ ਆ, ਮੈਨੂੰ ਲੱਗਦਾ ਕੋਈ ਏਡੀ ਸਿਆਣਪ ਨਹੀਂ ਹੁੰਦੀ।
ਸਾਡਾ ਮੇਨ ਮੋਟਿਵ ਹੈ ਕਿ ਅਸੀਂ ਥੋੜੇ ਖਰਚੇ ਨਾਲ ਮੈਕਸਿਮਮ ਵਾਲੇ ਪਾਸੇ ਕਿਵੇਂ ਜਾਇਆ ਜਾ ਸਕਦਾ, ਇਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਪਿਛਲੇ ਲੰਮੇ ਸਮੇਂ ਤੋਂ। ਜਿਹੜੇ ਸਰਮਾਏਦਾਰ ਕਿਸਾਨ ਨੇ ਉਹਨਾਂ ਦੀ, ਜਿਹੜਾ ਇੱਕ ਉਹ ਕਿਸਾਨ ਜਿਹਦੇ ਕੋਲ ਤਾਂ 14,000 ਹੋਏਗਾ ਉਹ ਤਾਂ ਖਰਚ ਲੂਗਾ, ਜਿਹਦੇ ਕੋਲ ਨਹੀਂ ਕਹਿੰਦਾ ਮਤਲਬ ਉਹਦੀ ਜੀਰੀ ਕਮਜ਼ੋਰ ਹੋ ਜਾਊ, ਇਹਦਾ ਮਤਲਬ ਪੂਰੇ ਖਰਚਾ ਨਹੀਂ ਕਰੂਗਾ, ਜੌਂ ਚੱਕ ਕੇ ਕਰੂਗਾ, ਵਿਆਜੂ ਚੱਕੂਗਾ ਪੈਸੇ, ਤਾਂ ਉਹ ਸਾਈਕਲ ਚੋਂ ਨਿਕਲ ਨਹੀਂ ਸਕਦਾ। ਅਸੀਂ ਕਹਿੰਦੇ ਕਿ ਘੱਟ ਖਰਚੇ ਨਾਲ ਵਧੀਆ ਆਮਦਨ ਤੇ ਵਧੀਆ ਫਸਲ ਕਿਵੇਂ ਹੋ ਸਕਦੀ ਹੈ, ਉਹਦੇ ਤੇ ਇਹਨਾਂ ਦਾ ਬਹੁਤ ਵੱਡਾ ਕੰਮ ਹੈ, ਬਹੁਤ ਲੰਮੇ ਸਮੇਂ ਬਹੁਤ ਥੋੜੇ ਜਿਹੇ ਪੈਸਿਆਂ ਨਾਲ ਇਹ ਇਨਕਲਾਬ ਲਿਆ ਰਹੇ ਨੇ ਖੇਤੀ ਦੇ ਵਿੱਚ। ਤੇ ਅਸੀਂ ਜਦੋਂ ਜੀਰੀ ਦੇ ਵਿੱਚ ਜਾ ਕੇ ਸਾਡੇ ਏਰੀਆ ਦਾ ਝਾੜ 28-29 ਕੁਇੰਟਲ ਆ ਪਰ ਮਰਲਾ, ਮੋਟੇ ਝੋਨੇ ਦਾ 32-33 ਕੁਇੰਟਲ ਚੱਲ ਜਾਂਦਾ। ਤੇ ਅਸੀਂ ASR ਵਿਧੀ ਨਾਲ ਜਿਹੜਾ ਝੋਨਾ ਬੀਜ ਰਹੇ ਹਾਂ ਸਾਡਾ ਪੂਰਾ ਝਾੜ ਆ ਰਿਹਾ 27 ਕੁਇੰਟਲ 28 ਕੁਇੰਟਲ। ਹੋ ਸਕਦਾ ਮੈਂ ਘੱਟ ਮਿਹਨਤੀ ਹਾਂ ਕਿਉਂਕਿ ਮੇਰੀ ਪ੍ਰੈਜ਼ੈਂਸ ਨਹੀਂ ਗੀ, ਜਿਹੜੇ ਫਾਰਮਰਸ ਮੌਕੇ ਤੇ ਬੈਠੇ ਨੇ ਆਪ ਖੇਤੀ ਕਰ ਰਹੇ ਨੇ ਉਹ ਉਸ ਤੋਂ ਵੀ ਵੱਧ ਕਰ ਰਹੇ ਨੇ। ਔਰ ਇਹਦੇ ਵਿੱਚ ਸਾਨੂੰ ਕਿਸੇ ਵੀ ਮੈਂ ਪਿਛਲੇ ਲੰਮੇ ਸਮੇਂ ਤੋਂ ਪੈਸਟੀਸਾਈਡ ਯੂਜ਼ ਕਰਨੀਆਂ ਬੰਦ ਕਰ ਚੁੱਕਾ। ਕੋਈ ਵੀ ਮੇਰੇ ਖੇਤ 'ਚ ਕੋਈ ਰੋਗ ਹੀ ਨਹੀਂ ਆ ਰਿਹਾ, ਮੈਨੂੰ ਲੋੜ ਹੀ ਨਹੀਂ ਪੈਂਦੀ। ਮੈਂ ਸਿਰਫ 2 ਬੋਰੀ ਯੂਰੀਆ ਦੇ ਨਾਲ ਜੀਰੀ ਤਿਆਰ ਕਰਦਾ ਜੀ, 2 ਬੋਰੀ ਯੂਰੀਆ ਪਾਉਂਦਾ, ਇਸ ਤੋਂ ਬਿਨਾਂ ਕੋਈ ਪੈਸਟੀਸਾਈਡ ਨਹੀਂ, ਕੋਈ ਫਰਟੀਲਾਈਜ਼ਰ ਨਹੀਂ, ਸਿਰਫ ਯੂਰੀਆ ਯੂਜ਼ ਕਰ ਰਿਹਾ। ਪਰ ਥੋੜੇ ਸਮੇਂ ਉਹ ਵੀ ਖੇਤ 'ਚੋਂ ਬਾਹਰ ਕੱਢ ਲਾਂਗੇ ਕਿਉਂਕਿ ਉਹ ਹਜੇ ਨਾ ਮਤਲਬ ਹੌਲੀ ਹੌਲੀ ਅਸੀਂ ਲਿਆ ਰਹੇ ਹਾਂ। ਇੱਕਦਮ ਛੱਡਣਾ ਵੀ ਨਹੀਂ ਚਾਹੀਦਾ, ਛੱਡਣਾ ਵੀ ਨਹੀਂ, ਕਦੀ ਵੀ ਨਹੀਂ ਛੱਡਣਾ ਚਾਹੀਦਾ। ਤਾਂ ਮੇਰੇ ਖੇਤਾਂ ਦੇ ਵਿੱਚ ਇਸ ਵਾਰ ਜਦੋਂ ਬਾਰਿਸ਼ ਹੋਈ 7 ਤੇ 8 ਜਨਵਰੀ ਨੂੰ ਬਾਰਿਸ਼ ਹੋਈ ਸੀ, ਬਹੁਤ ਭਾਰੀ ਬਾਰਿਸ਼ ਹੋਈ, ਸਾਰੇ ਪੰਜਾਬ 'ਚ ਹਰਿਆਣੇ 'ਚ ਵੀ ਬਾਰਿਸ਼ ਹੋਈ। 9 ਜਨਵਰੀ ਨੂੰ ਮੇਰੇ ਖੇਤ ਵਿੱਚ ਪਾਣੀ ਆਇਆ, ਜਦੋਂ ਕਿ ਲਾਗੇ ਗੁਆਂਢੀਆਂ ਦੇ ਖੇਤ ਭਰੇ ਹੋਏ ਸੀ ਤੇ ਮੇਰੇ ਖੇਤ ਦਾ ਪਾਣੀ ਜਿਹੜਾ ਸੀ ਉਹ ਧਰਤੀ ਦੇ ਵਿੱਚ ਜਾ ਚੁੱਕਾ ਸੀ। ਕਿਉਂਕਿ ਪਿਛਲੇ 4 ਸਾਲਾਂ ਦੀ ਪ੍ਰੈਕਟਿਸ 'ਚ ਮੇਰਾ ਕੱਦੂ ਕਰਨੇ ਬੰਦ ਕਰਤੇ ਔਰ ਅੱਗ ਲਾਉਣੀ ਖੇਤ 'ਚ ਬੰਦ ਕਰਤੀ। ਪਰਾਲੀ ਨੂੰ ਅਸੀਂ ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਮੈਂ ਕਣਕ ਬੀਜ ਦੇਣਾ ਆਪਣੀ ਸਾਰੀ ਪਰਾਲੀ ਨੇ। ਇੱਕ ਤੀਲਾ ਵੀ ਕਿਸੇ ਨੂੰ ਕਹਿੰਦੇ ਕਿ ਵੀ ਮੇਰੇ ਖੇਤ 'ਚ ਨਾ ਚੱਕੀ, ਸਾਰੀ ਦੀ ਸਾਰੀ ਪਰਾਲੀ ਖੇਤ 'ਚ ਜਾਂਦੀ ਹੈ। ਕੱਦੂ ਕਰਨਾ ਬੰਦ ਕਰਤਾ ਕਿਉਂਕਿ ਜਦੋਂ ਮਸ਼ੀਨਰੀ ਆਈ ਤਾਂ ਸਾਡੇ ਇੱਕ ਕੋਈ ਫੁੱਟ 1.5 ਫੁੱਟ ਤੇ ਇੱਕ ਹਾਰਡ ਲੇਅਰ ਬਣ ਚੁੱਕੀ ਆ ਧਰਤੀ ਦੇ ਵਿੱਚ, ਜਿਹਨੂੰ ਅੱਜ ਕੱਲ੍ਹ ਕਹਿੰਦੇ ਕਿ ਉਹ ਇੱਕ ਵੱਡੀ ਹੱਲ ਨਾਲ ਪੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਦੇ ਵਾਸਤੇ ਟਰੈਕਟਰ ਵੀ ਵੱਡਾ ਚਾਹੀਦਾ, ਉਹ ਸਾਰੀ ਮਸ਼ੀਨਰੀ ਵੱਡੀ ਚਾਹੀਦੀ ਹੈ। ਪਰ ਤੁਸੀਂ ਵੇਖੋ ਕਿ ਜਿਹੜੇ ਸਾਡੇ ਮਿੱਤਰ ਕੀਟ ਨੇ, ਜਿਹੜੇ ਭਾਜੀ ਦੱਸ ਦਿੰਦੇ ਕਿ 1 ਗ੍ਰਾਮ ਮਿੱਟੀ 'ਚ ਉਹਨਾਂ ਦੀ ਗਿਣਤੀ 3 ਕਰੋੜ ਤੋਂ ਮੈਕਸ ਵੱਧ ਵਾ 1 ਗ੍ਰਾਮ ਮਿੱਟੀ 'ਚ, ਉਹ ਸਾਡੇ ਮਿੱਤਰ ਕੀਟ ਨੇ ਜਿਨ੍ਹਾਂ ਨੂੰ ਅਸੀਂ ਅੱਗ ਲਾ ਕੇ ਤੇ ਕੱਦੂ ਕਰਕੇ ਮਾਰ ਚੁੱਕੇ। ਤੇ ਅਸੀਂ ਕੁਦਰਤ ਦੇ ਨਾਲ ਵੈਰ ਪਾ ਲਿਆ। ਕਿਸਾਨ ਨੇ ਕੀ ਕੀਤਾ, ਉਹਦੀ ਲੜਾਈ ਸਿੱਧੀ ਕੁਦਰਤ ਨੇ ਨਾਲ ਖੜੀ ਕਰਤੀ। ਔਰ ਮੈਨੂੰ ਲੱਗਦਾ ਕਦੀ ਵੀ ਕੁਦਰਤ ਨਾਲ ਲੜ ਕੇ ਕਦੀ ਕੋਈ ਬੰਦਾ ਜਿੱਤ ਨਹੀਂ ਸਕਦਾ, ਇਹਦਾ ਇਤਿਹਾਸ ਗਵਾਹ। ਤੇ ਸਾਡੀ ਕਿਸਾਨਾਂ ਨੇ ਅਸੀਂ ਕੁਦਰਤ ਨੂੰ ਖੇਤਾਂ 'ਚੋਂ ਬਾਹਰ ਕੱਢਤਾ ਤੇ ਗੈਰ ਕੁਦਰਤੀ ਚੀਜ਼ਾਂ ਨਾਲ ਅਸੀਂ ਆਪਣੀ ਖੇਤੀ ਕਰ ਰਹੇ ਹਾਂ। ਤਾਂ ਉਹਦੇ ਵਿੱਚ ਅਸੀਂ ਮਰਨਾ ਹੀ ਆ, ਅਸੀਂ ਬਚ ਨਹੀਂ ਸਕਦੇ, ਔਖਾ ਬਹੁਤ ਆ ਕਿਉਂਕਿ ਅਸੀਂ ਕੁਦਰਤ ਨਾਲ ਵੈਰ ਪਾ ਲਿਆ। ਤੇ ਤੁਸੀਂ ਵੇਖੋ ਕਿ ਮੈਨੂੰ ਨਾ ਤੇ ਉਹ ਵੱਡੀ ਹੱਲ ਦੀ ਲੋੜ ਪਈ, ਨਾ ਮੈਨੂੰ 60 ਹਾਰਸ ਪਾਵਰ ਟਰੈਕਟਰ ਦੀ ਲੋੜ ਪਈ। ਮੇਰੇ ਉਹ ਮਿੱਤਰ ਕੀਟਾਂ ਨੇ ਮੇਰੀ ਜਿਹੜੀ ਉਹ ਹਾਰਡ ਲੇਅਰ ਸੀ ਉਹ ਤੋੜ ਦਿੱਤੀ, ਉਹ ਟੁੱਟ ਚੁੱਕੀ ਹੈ ਮੇਰੇ ਖੇਤ 'ਚ। ਮੇਰੇ ਖੇਤ ਵਿੱਚ ਪਾਣੀ ਖੜਦਾ ਹੀ ਨਹੀਂ ਜੀ ਹੁਣ। ਤੇ ਜਿਹੜਾ ਮੇਰਾ ਥੱਲੜਾ ਵੱਡਾ ਨੈਟਵਰਕ ਥੱਲੇ ਕਿੱਡੀ ਚੀਜ਼ ਆ, ਵੱਡੀ ਚੀਜ਼ ਆ, ਉਹ ਹੁਣ ਮੇਰੇ ਉਹ ਜੁੜ ਚੁੱਕੀ ਹੈ ਲੈਵਲ ਤੇ ਆ ਗਿਆ। ਇਸ ਕਿਉਂਕਿ ਇੱਕ ਗਮਲਾ ਬਣਾਤਾ ਸਾਡੇ ਖੇਤ ਇਸ ਟਾਈਮ ਗਮਲੇ ਨੇ, ਲਾਈਕ ਗਮਲਾ ਥੱਲੇ ਲੈਂਟਰ ਲਾਇਆ ਹੋਇਆ ਜੀ। ਇਸ ਉਹ ਬਾਕੀ ਸਾਡੀ ਜਿਹੜੀ ਥੱਲੜੀ ਧਰਤੀ ਆ ਉਹਦੇ ਨਾਲੋਂ ਸਾਡੀ ਜ਼ਮੀਨ ਦਾ ਲਿੰਕ ਟੁੱਟ ਚੁੱਕਿਆ। ਇਸ ਕਰਕੇ ਸਾਨੂੰ ਬਾਹਰੋਂ ਬਹੁਤ ਕੁਝ ਪਾਉਣਾ ਪੈਂਦਾ। ਪਾਇਆ ਹੀ ਨਹੀਂ ਜੀ ਕਿਉਂਕਿ ਜਿਹੜੇ ਸਾਡੇ ਮਿੱਤਰ ਕੀਟ ਨੇ, ਜਿਹੜੇ 1 ਗ੍ਰਾਮ ਮਿੱਟੀ 'ਚ 3 ਕਰੋੜ ਦੀ ਗਿਣਤੀ ਹੈ ਜੀ ਉਹਨਾਂ ਦੀ, ਉਹ ਦਿਨ ਰਾਤ ਕੰਮ ਕਰਦੇ ਨੇ, ਉਹ ਸਾਡੇ ਰਸੋਈਏ ਨੇ, ਅਸਲ 'ਚ ਸਾਡੇ ਉਹ ਤਾਕਤ ਆ। ਤੇ ਅਸੀਂ ਕੀ ਕੀਤਾ, ਅਸੀਂ ਅੱਗਾਂ ਲਾ ਕੇ ਕੱਦੂ ਕਰਕੇ ਅਸੀਂ ਉਹਨਾਂ ਨੂੰ ਮਾਰਤਾ ਜਿਨ੍ਹਾਂ ਨੇ ਸਾਡੀ ਮਦਦ ਕਰਨੀ ਸੀ। ਤੇ ਹੁਣ ਅਸੀਂ ਫਿਰ ਜਾਂਦੇ ਲਾਲੇ ਦੀ ਦੁਕਾਨ ਤੇ, ਲਿਆ ਵੀ ਸਾਨੂੰ ਆ ਵੀ ਦੇ ਦਿਓ, ਸਾਨੂੰ ਆ ਵੀ ਦੇ ਦਿਓ। ਤੇ ਜਿਹੜੇ ਫਿਰ ਸਰ ਹਰਬੀਸਾਈਡ ਤੁਸੀਂ ਉਹ ਨਹੀਂ ਹਰਬੀਸਾਈਡ, ਪੈਸਟੀਸਾਈਡ ਨਹੀਂ, ਹਰਬੀਸਾਈਡ ਮੈਨੂੰ ਜੀਰੀ 'ਚ ਇਸ ਵਾਰ ਤਾਂ ਮੈਂ ਕਣਕ 'ਚ ਵੀ ਹਰਬੀਸਾਈਡ ਯੂਜ਼ ਨਹੀਂ ਕੀਤਾ, ਕਣਕ 'ਚ ਵੀ। ਠੀਕ ਹੈ, ਮੇਰੇ ਖੇਤ 'ਚ ਕਣਕ ਦੇ ਵਿੱਚ ਕੋਈ ਕਬਾੜ ਨਹੀਂ ਹੋਇਆ। ਠੀਕ ਹੈ, ਕੋਈ ਹਰਬੀਸਾਈਡ ਜਿਹੜਾ ਜੀਰੀ 'ਚ ਮੈਨੂੰ ਨੋਮਨੀ ਗੋਲਡ ਦੀ ਇੱਕ ਸਪਰੇਅ ਕਰਦਾ, ਸਿਰਫ ਮੈਂ ਇੱਕ ਸਪਰੇਅ। ਠੀਕ ਹੈ, ਜਿੱਦਾਂ ਭਾਜੀ ਨੇ ਤੁਹਾਨੂੰ ਤਰੀਕਾ ਦੱਸਤਾ ਬਜਾਈ ਦਾ। ਹਾਂਜੀ, ਸਟਾਈਲ ਡਿਜ਼ਾਈਨ ਕਰਦੇ ਹੋ ਸਪਰੇ ਨੋਮਨੀ ਗੋਲਡ ਦੀ ਜਿੱਦਾਂ ਅਸੀਂ ਬਜਾਈ ਕਰਤੀ ਹੈ ਜੀ, ਜੀਰੀ ਨੇ 6 ਤੋਂ 7ਵੇਂ ਦਿਨ ਤੁਹਾਨੂੰ ਖੇਤ 'ਚ ਨਜ਼ਰ ਆਉਣੀ ਸ਼ੁਰੂ ਹੋ ਜਾਣੀ ਹੈ। 6ਵੇਂ ਤੋਂ 7ਵੇਂ ਦਿਨ ਨਜ਼ਰ ਆਊਗੀ। ਪਾਣੀ ਨਹੀਂ ਲਾਉਣਾ। ਮੈਂ ਜਦੋਂ ਪਹਿਲੇ ਸਾਲ ਲਾਇਆ ਤੀ ਜੀ ਤੇ ਮੈਂ 2 ਕਿੱਲੇ ਬੀਜ ਕੇ ਪਟਿਆਲੇ ਵਾਪਸ ਆ ਗਿਆ, ਜਿਹੜੇ ਬੰਦੇ ਬਾਕੀ ਸਾਹਮਣੇ ਸੀ ਕਰੀ ਜਾਂਦੇ, ਮੈਂ ਉਹਨਾਂ ਕਿਹਾ ਇਹ 2 ਖੇਤਾਂ 'ਚ ਪਾਣੀ ਨਹੀਂ ਲਾਉਣਾ।
ਮੇਰੇ ਤੋਂ ਬਿਨਾਂ ਪੁੱਛੇ। ਨਾਲ ਦੇ ਖੇਤ ਦਾ ਪਾਣੀ ਵੀ ਨਹੀਂ ਇੱਥੇ ਆਉਣਾ ਚਾਹੀਦਾ, ਨਹੀਂ ਤੇ ਕੱਦੂ ਦੇ ਵਿੱਚ ਇਹ ਹੁੰਦਾ ਗੁਆਂਢੀ ਦਾ ਪਾਣੀ ਵੱਢ ਲਿਆ। ਤੇ ਮੈਂ ਕਹਿੰਦਾ ਕਿ ਕਿਤੇ ਭੁੱਲ ਭੁਲੇਖੇ ਵਿੱਚ ਪਾਣੀ ਨਹੀਂ ਆਉਣਾ ਚਾਹੀਦਾ। ਤੇ ਜਦੋਂ ਸਤਵਾਂ ਦੇਰ ਹੋਇਆ ਤੇ ਮਿੱਟੀ ਜਿੱਦਾਂ ਚਿੱਟੀ ਹੋ ਜਾਂਦੀ ਹੈ ਦੂਸਰੇ ਦਿਨ, ਕਿਉਂਕਿ ਧੁੱਪ ਬਹੁਤ ਹੈ ਤੇ ਕਿਉਂਕਿ ਬੀਜ ਸਾਡਾ ਬਹੁਤ ਸਹੀ ਜਗ੍ਹਾ ਤੇ ਚੱਲ ਜਾਂਦਾ, ਔਰ ਜਿਹੜਾ ਉਹਦਾ ਪ੍ਰੋਸੈਸਿੰਗ ਉਹ 24 ਆਵਰਸ ਬਾਅਦ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਰੂਟ ਆ, ਫਿਰ ਸ਼ੂਟ ਆਉਣੀ ਹੈ ਤੇ ਸ਼ੂਟ ਨਿਕਲਦੇ ਨਿਕਲਦੇ 1 ਹਫ਼ਤਾ ਲਾਉਂਦੀ ਆ। ਉਹਨੇ ਇੰਨਾ ਕੁ ਸਫ਼ਰ ਆਪਣਾ ਜਿਹੜਾ 1 ਹਫ਼ਤੇ 'ਚ ਤੈਅ ਕਰਨਾ, ਪਰ ਉਸ ਤੋਂ ਪਹਿਲਾਂ ਜਿਹੜੀ ਰੂਟ ਆ, ਰੂਟ ਨੇ ਸੁਭਾਅ ਦੇ ਮੁਤਾਬਿਕ ਉਹਨੇ ਥੱਲੇ ਨੂੰ ਜਾਣਾ ਔਰ ਸ਼ੂਟ ਨੇ ਤਾਂ ਨੂੰ ਆਉਣਾ। ਤੇ ਰੂਟ ਆਪਣੇ ਜਿੱਥੇ ਉਹਨੂੰ ਪ੍ਰੋਪਰ ਉਹਦਾ ਕੰਡੀਸ਼ਨਿੰਗ ਆ, ਉਹਦਾ ਟੈਂਪਰੇਚਰ ਉਹਦੇ, ਉਹ ਬਹੁਤ ਵਧੀਆ ਥਾਂ ਤੇ ਪਈ ਆ। ਮੇਰਾ ਖੇਤ ਚਿੱਟਾ ਹੋ ਗਿਆ, ਮੈਨੂੰ ਪਿੰਡੋਂ ਫੋਨ ਆ ਗਿਆ, ਭਾਈ ਸਾਹਿਬ ਉਹ ਬਾਹਰ ਨਿਕਲ ਰਹੀ ਹੈ ਜੀਰੀ, ਮੱਚ ਜਾਣੀ ਹੈ, ਪਾਣੀ ਲਾ ਦਈਏ। ਤੇ ਮੈਂ ਵੀ ਮੇਰਾ ਪਹਿਲਾ ਤਜਰਬਾ ਸੀ ਤੇ ਮੈਂ ਵੀ ਡਰ ਗਿਆ ਥੋੜਾ ਜਿਹਾ। ਮੈਂ ਫੋਨ ਮਿਲਾਤਾ ਇੱਧਰ, ਮੈਂ ਇਹਨਾਂ ਨੂੰ ਦੱਸਿਆ, ਮੈਂ ਕਿਹਾ ਜੀ ਆਹ ਗੱਲ ਆ। ਤੇ ਮੈਨੂੰ ਇਹਨਾਂ ਨੇ ਜਿਹੜੀ ਅੱਜ ਤੋਂ ਕਿੰਨੇ ਕੋਈ 4 ਸਾਲ ਪੁਰਾਣੀ ਗੱਲ ਆ ਜਿਹੜੀ ਮੈਂ ਤੁਹਾਨੂੰ ਹੁਣ ਦੱਸਣਾ, ਮੈਨੂੰ ਕਹਿੰਦੇ ਜਿਹੜੇ ਮਜ਼ਦੂਰਾਂ ਦੇ ਬੱਚੇ ਜਿਹੜੇ ਸੜਕਾਂ, ਜਿਹੜੀ ਲੇਬਰ ਮਜ਼ਦੂਰ ਸੜਕਾਂ ਬਣਾਉਂਦੀ ਹੈ, ਕਦੀ ਉਹਨਾਂ ਦੇ ਬੱਚਿਆਂ ਵੱਲ ਧਿਆਨ ਮਾਰਿਆ? ਉਹ ਉੱਠਦੇ ਨੇ, ਰੋਂਦੇ ਨੇ, ਉੱਥੇ ਖੇਡਦੇ ਨੇ, ਫਿਰ ਸੌਂ ਜਾਂਦੇ ਨੇ, ਕਿਉਂਕਿ ਮਾਂ ਪਿਓ ਦੋਵੇਂ ਕੰਮ ਕਰਦੇ ਨੇ, ਔਰ ਉੱਥੇ ਖੇਡਦੇ ਖੇਡਦੇ ਫਿਰ ਸੌਂ ਜਾਂਦੇ ਨੇ, ਉਹ ਵੀ ਪਲ ਜਾਂਦੇ ਨੇ। ਉਹ ਐਂ ਸਮਝਦੇ ਤਾਂ ਮੈਨੂੰ ਇਹਨਾਂ ਨੇ ਉਹ ਗੱਲ ਕਹੀ, ਮੈਨੂੰ ਲੱਗੀ ਕੀ ਆ। ਔਰ ਜਿਹੜੀ ਅਸਲੀ ਗੱਲ ਸੀ ਉਹ ਨਹੀਂ ਮੈਨੂੰ ਉਹਨਾਂ ਨੇ ਦੱਸੀ, ਪਰ ਮੈਨੂੰ ਐਗਜ਼ਾਮਪਲ ਇਹੋ ਜਿਹੀ ਦੇ ਦਿੱਤੀ ਕਿ ਮੈਂ ਉਹਨਾਂ ਨੂੰ ਨਾਲ ਦੇ ਨਾਲ ਫੋਨ ਕੀਤਾ ਪਿੰਡ ਕਿ ਨਾ ਪਾਣੀ ਨਹੀਂ ਲਾਉਣਾ। ਪਾਣੀ ਮੈਂ ਖੁਦ ਜਦੋਂ ਪਿੰਡ ਆਊਂਗਾ ਫਿਰ ਲਾਵਾਂਗਾ। ਔਰ ਮੈਂ ਪਹਿਲਾ ਪਾਣੀ 23 ਦਿਨਾਂ ਬਾਅਦ ਜਾ ਕੇ ਲਾਇਆ ਸੀ, ਆਪ ਜਾ ਕੇ। ਤੇ ਜਦੋਂ ਮੈਂ ਪਾਣੀ ਲਾਇਆ ਜੀਰੀ ਨੂੰ, ਮੇਰੀ ਜੀਰੀ ਨੂੰ ਹਜੇ ਵੀ ਜੇ ਮੈਂ ਉਹਨੂੰ 2-4 ਦਿਨ 10 ਦਿਨ ਹੋਰ ਟਪਾ ਦਿੰਦਾ ਕੋਈ ਚੱਕਰ ਨਹੀਂ। ਔਰ ਬਿਲਕੁਲ ਵੀ ਉਹਦਾ ਜਿਹੜਾ ਰੰਗ ਸੀ, ਕਲਰ ਸੀ ਉਹਦਾ ਪੱਤੇ ਦਾ, ਉਹ ਬਿਲਕੁਲ ਗ੍ਰੀਨ ਸੀ, ਹਰਾ ਗੂੜਾ ਹਰੇ ਰੰਗ ਦਾ। ਕੋਈ ਵੀ ਪੱਤਾ ਖੇਤ 'ਚ ਪੀਲਾ ਨਹੀਂ ਸੀ ਪਿਆ, ਕੋਈ ਵੀ ਖੇਤ ਮੁਰਝਾਇਆ ਹੋਇਆ ਨਹੀਂ ਸੀ ਪੱਤਾ ਕਿ ਜਿਵੇਂ ਇਹਨੂੰ ਬੜੀ ਪਾਣੀ ਦੀ ਘਾਟ ਮਹਿਸੂਸ ਹੋ ਰਹੀ ਹੋਵੇ। ਕਿਉਂਕਿ ਜਦੋਂ ਅਸੀਂ ਖੇਤ 'ਚ ਜਾਂਦੇ, ਮੈਨੂੰ ਲੱਗਦਾ ਖੇਤ ਬੋਲਦਾ, ਖੇਤ ਸਾਨੂੰ ਦੱਸਦਾ ਮੈਨੂੰ ਕਿਹੜੀ ਚੀਜ਼ ਦੀ ਲੋੜ ਹੈ। ਜਿਹੜੇ ਫਾਰਮਰਸ ਬਹੁਤ ਨੇੜੇ ਤੋਂ ਐ ਜਾ ਕੇ ਆਪਣੇ ਖੇਤ 'ਚ ਗੱਲਾਂ ਕਰਦੇ ਨਾ, ਉਹ ਖੇਤ ਆਪ ਹੀ ਦੱਸ ਦਿੰਦੇ ਨੇ ਕਿ ਬਈ ਮੈਨੂੰ ਕੀ ਚਾਹੀਦਾ ਤੇ ਕੀ ਨਹੀਂ ਚਾਹੀਦਾ। ਤੇ ਜਦੋਂ ਅਸੀਂ ਵੇਖ ਰਹੇ ਸੀ ਕੋਈ ਗੱਲ ਨਹੀਂ। ਔਰ ਮੈਂ 23 ਦਿਨਾਂ ਬਾਅਦ ਪਹਿਲਾ ਪਾਣੀ ਲਾਇਆ। ਮੁਸ਼ਕਲਾਂ ਜਿੱਦਾਂ ਬਾਰਿਸ਼ ਹੋ ਜਾਏ ਯਕਦਮ, ਅੱਜ ਤੁਸੀਂ ਬਿਜਾਈ ਕੀਤੀ ਆ, ਬਾਰਿਸ਼ ਹੋ ਗਈ, ਹੋ ਸਕਦਾ ਕਰੰਟ ਹੋ ਜਾਏ ਝੋਨਾ, ਐ ਮੰਨਿਆ ਜਾਂਦਾ, ਪਰ ਮੈਨੂੰ ਲੱਗਦਾ ਝੋਨਾ ਕਦੀ ਕਰੰਟ ਨਹੀਂ ਹੋਣਾ। ਜਿਹੜੀ ਇਹ ਸਾਡੀ ਵਿਧੀ ਹੈ ASR, ਇਹਦੇ 'ਚ ਝੋਨਾ ਕਰੰਟ ਹੋਣ ਦੀ ਕੋਈ ਸੰਭਾਵਨਾ ਨਹੀਂ, ਕੋਈ ਵੀ ਸੰਭਾਵਨਾ ਨਹੀਂ। ਲਾਸਟ ਈਅਰ 2 ਸਾਲ ਪਹਿਲਾਂ ਜਦੋਂ ਮੈਂ ਜੀਰੀ ਬੀਜੀ, ਬਹੁਤ ਜ਼ਿਆਦਾ ਪਾਣੀ ਆ ਗਿਆ, ਖੇਤਾਂ ਦੇ ਉੱਤੋਂ ਦੀ ਪਾਣੀ ਚੱਲ ਗਿਆ ਸਾਡੇ, ਤੇ ਅਸੀਂ ਡਰ ਗਏ। ਮੇਰਾ ਕਿਉਂਕਿ ਨਵੇਂ ਸੀ, ਤੇ ਅਸੀਂ ਨਾ ਵੱਟਾਂ ਪਾਣੀ ਕੱਢਤਾ ਬਾਹਰ ਕੱਢਣ ਵਾਸਤੇ। ਜਿਹੜੇ ਖੇਤ 'ਚੋਂ ਪਾਣੀ ਐ ਨਿਕਲਿਆ ਸੀ, ਉਹ ਖੇਤਾਂ 'ਚ ਹਾਰਡ ਹੋ ਗਈ ਮਿੱਟੀ। ਪਰ ਜਿਹੜੇ ਖੇਤਾਂ ਦਾ ਪਾਣੀ ਵੱਟਾਂ ਦੇ ਉੱਤੋਂ ਦੀ ਲੰਘ ਗਿਆ ਆਪਣੇ ਆਪ, ਉਹ ਮਿੱਟੀ ਹਾਰਡ ਨਹੀਂ ਹੋਈ, ਕਿਉਂਕਿ ਉੱਥੋਂ ਪਾਣੀ ਜਦੋਂ ਨੱਕਾ ਵੱਢਿਆ, ਉਹ ਧੂਇਆ ਗਿਆ ਨਾ ਪਾਣੀ, ਉਹਨੇ ਮਿੱਟੀ ਹਾਰਡ ਕੀਤੀ। ਦੂਜੇ ਖੇਤਾਂ ਦੇ ਮਿੱਟੀ ਨੂੰ ਹਾਰਡ ਨਹੀਂ ਹੋਈ, ਉੱਥੇ ਤੱਕ ਉਹ ਉਵੇਂ ਨਿਕਲ ਗਿਆ। ਤੇ ਉਹਨਾਂ ਖੇਤਾਂ 'ਚ ਮੈਨੂੰ ਦੁਬਾਰਾ ਜਿਵੇਂ 7 ਦਿਨ ਹੋ ਗਏ ਸੀ, ਮੈਨੂੰ ਪਤਾ ਸੀ ਜੀਰੀ ਬਾਹਰ ਆਉਣ ਵਾਲੀ ਹੈ, ਪਰ ਉਹ ਫਸੀ ਹੋਈ ਸੀ, ਤੇ ਅਸੀਂ ਉਹਨੂੰ ਪਾਣੀ ਲਾਤਾ। ਤੇ ਅਗਲੇ ਦਿਨ ਜਦੋਂ ਮੈਂ ਸਵੇਰੇ ਜਾ ਕੇ ਦੇਖਿਆ ਤੇ ਸਾਰੀ ਜੀਰੀ ਬਾਹਰ ਆ ਚੁੱਕੀ ਸੀ। ਜਿਹੜੀ ਫਿਰ ਨਾਈਟ੍ਰੋਜਨ ਦੀ ਮਾਤਰਾ ਪਾਉਣੀ ਹੋਈ ਹੈ ਵੀ ਕਿੰਨੇ ਦਿਨਾਂ ਬਾਅਦ ਪੈਂਦੀ ਹੈ ਜੀ? ਕਾਹਦੀ ਖਾਦਾਂ ਦਾ ਟਾਈਮ ਕੀ ਹੈ? ਯੂਰੀਆ ਜਦੋਂ ਅਸੀਂ 21 ਦਿਨਾਂ ਬਾਅਦ ਜਦੋਂ ਤੁਸੀਂ ਪਾਣੀ ਲਾਇਆ, ਪਹਿਲਾਂ ਪਾਣੀ ਲਾਉਣਾ ਤਾਂ ਉਦੋਂ ਅੱਧੀ ਬੋਰੀ ਯੂਰੀਆ ਪਾ ਦਿਓ। ਪਾਣੀ ਲਾਉਣ ਤੋਂ ਪਹਿਲਾਂ ਪਾਣੀ ਲਾਉਣਾ ਸੁੱਕੇ ਹੋ ਜਾਂਦਾ, ਜੇ ਤੁਸੀਂ ਬਾਅਦ ਚ ਵੀ ਪਾ ਦੋਗੇ ਤਾਂ ਵੀ ਕੋਈ ਮੁਸ਼ਕਲ ਨਹੀਂ। ਪਹਿਲੇ ਪਾਣੀ ਨਾਲ ਤਾਂ ਗੋਲੀ ਹੁੰਦੀ ਹੈ। ਹਾਂ, ਤੇ ਜਿਹੜਾ ਜਿੱਦਾਂ 21 ਦਿਨਾਂ ਬਾਅਦ ਪਾਣੀ ਲਾਤਾ ਤੁਸੀਂ, ਫਿਰ ਜਦੋਂ ਦੂਸਰਾ ਪਾਣੀ 2 ਹਫ਼ਤਿਆਂ ਬਾਅਦ ਪਾਣੀ ਲਾਓ, ਫਿਰ ਖਾਦ ਪਾ ਦਿਓ। ਮਤਲਬ 60 ਕੁ ਦਿਨਾਂ ਦੇ ਵਿੱਚ ਜਿਹੜੀ ਖਾਦ ਦਾ ਆਪਣਾ ਕੰਮ ਬਿਲਕੁਲ ਪੂਰਾ ਕਰਨਾ ਚਾਹੀਦਾ ਕਰ ਦੇਣਾ। ਤੇ ਨਾਈਟ੍ਰੋਜਨ ਦੇ ਇਲਾਵਾ ਹੋਰ ਕੋਈ ਗਰੋਥ ਪ੍ਰਮੋਟਰ ਜਾਂ ਕੋਈ ਹੋਰ ਤੁਹਾਨੂੰ ਲੋੜ ਹੀ ਨਹੀਂ ਪੈਣੀ ਜੀ, ਤੁਹਾਨੂੰ ਲੋੜ ਮਹਿਸੂਸ ਹੀ ਨਹੀਂ ਹੋਣੀ। ਜਿਹੜੀ DSR ਜਿਹੜੀ ਤੁਸੀਂ ਵਿਧੀ ਕਹਿ ਰਹੇ ਸੀ, ਉਹਦੇ ਵਿੱਚ ਕਿਉਂਕਿ ਤੁਹਾਡਾ ਪੱਤਾ ਵੀ ਪੀਲਾ ਪਊਗਾ, ਕਿਉਂਕਿ ਉਹਦੀ ਕੰਡੀਸ਼ਨਿੰਗ ਪ੍ਰੋਪਰ ਨਹੀਂ ਹੁੰਦਾ। ਜਿਵੇਂ ਨਹੀਂ। ਉਹ ਕਹਿੰਦੇ ਵੀ ਬੀਜਣ ਸਾਰੋਂ ਪੈਂਡਿੰਗ ਮੈਥਲੀਨ ਦੀ ਉਹ ਸਪਰੇਅ ਦੇਖੋ, ਕਰਨੀ ਹੈ। ਉਹ ਅਸੀਂ ਉਹ ਤਾਂ ਕਹਿ ਰਹੇ ਹਾਂ ਤੁਹਾਨੂੰ, ਕਿਉਂਕਿ ਜਿਹੜੇ ਨਵੇਂ ਫਾਰਮਰ ਸੀ, ਤੁਹਾਡੇ ਇੱਕ ਡਰ ਹੋ, ਮੈਂ ਵੀ ਕਰਦਾ, ਮੈਂ ਵੀ ਪਹਿਲੇ ਸਾਲ ਮੈਂ ਨਹੀਂ ਸੀ, ਪਰ ਮੈਂ ਹੁਣ ਨਹੀਂ ਕਰਦਾ। ਉਹ ਪਤਾ ਕੀ ਹੈ, ਉਹ ਕਰ ਰਿਹਾ ਬਿਜਾਈ ਜਿੱਦਾਂ ਆਪਾਂ ਕਣਕ ਦੀ ਬਿਜਾਈ ਕਰਨੀ, ਉਹਦੇ ਵਿੱਚ ਸੰਭਾਵਨਾ ਬਹੁਤ ਹੈ ਨਦੀਨ ਹੋਣ ਦੀ, ਇਸ ਕਰਕੇ ਉਹ ਕਰਵਾਉਣਾ ਪਿਆ। ਇਹਦੇ ਵਿੱਚ ਆਪਾਂ ਹਵਾ ਮੁਕਤ ਕਰਦਾ, ਹਵਾ ਮੁਕਤ ਕਰਨ ਦੇ ਨਾਲ ਕੀ ਹੋਇਆ ਵੀ ਜਿਹੜੇ ਸਾਡੇ ਸਥਿਤ ਦੇ ਨਦੀਨ ਹੈ ਉਹ ਨਹੀਂ ਉੱਗਣੇ। ਮਾਹੌਲ ਉਲਟ ਹੋ ਗਿਆ ਨਾ, ਨਹੀਂ 21 ਦਿਨਾਂ ਤੋਂ ਬਾਅਦ ਵੀ ਨਹੀਂ ਉੱਗਣੇ ਜੀ। ਹਾਂਜੀ, 21 ਦਿਨਾਂ ਤੋਂ ਬਾਅਦ ਵੀ ਨਹੀਂ ਜਦੋਂ ਪਾਣੀ ਲੱਗ ਗਿਆ, ਬੀਜ ਤਾਂ ਤੁਹਾਡੇ ਅੰਦਰ ਪਏ ਆ, ਉਹ ਜਦੋਂ ਪਾਣੀ ਮਿਲਣਾ ਉਹਨਾਂ ਨੇ ਐਕਟਿਵ ਹੋ ਜਾਣਾ। ਠੀਕ ਹੈ ਜੀ। ਪਰ ਤੁਸੀਂ ਮੰਨ ਕੇ ਚਲੋ ਕਿ ਜਦੋਂ ਆਪਾਂ ਪਹਿਲੀ ਖਾਦ ਪਾਈ, ਜਦ ਦੂਜੀ ਜਦੋਂ 15 ਦਿਨਾਂ ਤੱਕ
ਜਦੋਂ ਨਦੀਨ ਤੁਹਾਡਾ 3-4 ਪੱਤੀਆਂ ਤੇ ਆ ਹਾਂ ਜੀ। ਥੋੜਾ ਜਿਹਾ ਪੱਤੀਆਂ ਤੇ ਆ ਠੀਕ ਹੈ। ਨਦੀਨ ਚਾਹੇ ਜਿੱਦਾਂ ਮਰਜ਼ੀ ਹੋ ਜਾਏ ਇਹ 'ਚ ਕੋਈ ਡਰਨ ਵਾਲੀ ਗੱਲ ਨਹੀਂ। ਬਹੁਤ ਅੱਛੀਆਂ ਦਵਾਈਆਂ ਨੇ। ਲਾਸਟ ਈਅਰ ਮੇਰੀ 1-2 ਖੇਤਾਂ ਦੇ ਵਿੱਚ ਨਦੀਨ ਕਾਫੀ ਵੱਡਾ ਹੋ ਗਿਆ। ਉਹ ਇੱਕੋ ਸਪਰੇਅ ਦੇ ਨਾਲ 2-3 ਦਿਨਾਂ ਬਾਅਦ ਉਹ ਨੌਵੇਂ ਕਬਾੜ ਤੱਕ ਦੇ ਨਜ਼ਰ ਨਹੀਂ ਆਇਆ ਸਿਰ ਜੀਰੀ ਜੀ ਇਸ ਕਰਕੇ ਨਦੀਨ ਤੋਂ ਡਰਨ ਦੀ ਲੋੜ ਨਹੀਂ। ਸ੍ਰੀ ਰਾਮ ਦੀ ਜੋਸ਼ੋ ਉਹ ਵੀ ਬੜੀ ਵਧੀਆ ਦਵਾਈ ਸੀ ਉਹਨੇ ਬਹੁਤ ਬਹੁਤ ਸਾਰੀ ਦੁਨੀਆ ਵੀ ਬਹੁਤ ਸਾਰੀਆਂ ਅਵੇਲੇਬਲ ਨੇ ਮਾਰਕੀਟ 'ਚ ਅੱਛੀ ਅੱਛਾ ਇੱਕ ਨੋਮਨੀ ਗੋਲਡ ਹੈ ਜੀ ਸਾਰੇ ਕਵਾੜ ਨੂੰ ਕਵਰ ਕਰਦੇ ਇੱਕ ਕਵਾੜ ਨਹੀਂ ਮਾਰਦੇ। ਹਾਂ ਉਹਨੂੰ ਅਸੀਂ ਸਾਡੇ ਪਿੰਡਾਂ ਜਿੱਦਾਂ ਉਰੇ ਪੁਆਧ ਵਾਲੇ ਇਲਾਕੇ 'ਚ ਅਸੀਂ ਮੱਕੜਾ ਮਧਾਣਾ ਕਹਿੰਦੇ ਹਾਂ। ਵਧਾਣਾ ਮਧਾਣਾ ਟੈਪ ਉਹਦੇ ਉੱਪਰ ਖੰਭੀਆਂ ਜਿਹੀਆਂ ਬਣ ਜਾਂਦੀਆਂ ਲੋਕ ਉਹ ਚੀਜ਼ ਨਹੀਂ ਕਵਰ ਠੀਕ ਹੈ। ਹੁੰਦੀ ਨੋਮਨੀ ਗੋਲਡ ਆਪੇ ਪਟਾਉਣਾ ਪੈਂਦਾ ਜਾਂ ਉਹ ਇੰਨੀ ਹਾਰਡ ਦਵਾਈ ਹੁੰਦੀ ਆ ਉਹ ਝੋਨੇ ਤੇ ਵੀ ਅਸਰ ਕਰਦੀ ਝੋਨੇ ਦੇ ਵੀ ਅਸਰ ਉਹਦੇ ਵਾਸਤੇ ਵੀ ਦਵਾਈ ਆ ਗਈ ਹੈ। ਆ ਗਈ ਕੀ ਮੈਂ ਲਗਾਉਂਗਾ ਨਹੀਂ ਇਸ ਵੇਲੇ ਮੈਨੂੰ ਨਹੀਂ ਠੀਕ ਹੈ ਸਾਡੇ ਏਰੀਆ 'ਚ ਮਧਾਣਾ ਹੈ ਨਹੀਂ ਕੁੱਲ ਬਣਾ ਕੇ ਪਤਾ ਕੀ ਆ ਉਹ ਹੋਲਡਿੰਗ ਮੇਨ ਗੱਲ ਉਹ ਮਤਲਬ ਜਿਹੜੀ ਉੱਚੀਆਂ ਤਰੋੜੀਆਂ ਨੇ ਉੱਥੇ ਹੁੰਦਾ ਜਿੱਥੋਂ ਅੱਛਾ। ਪਾਣੀ ਛੇਤੀ ਢਾਹ ਜਾਂਦਾ ਮਤਲਬ ਰੇਸਲੇ ਇਲਾਕੇ ਕਹਿ ਲਈਏ ਵੀ ਇੱਕ ਚੀਜ਼ ਜ਼ਰੂਰ ਧਿਆਨ ਰੱਖਿਓ ਅਰੇ ਕਰੋ ਉਹ ਬੀਜ ਬੀਜਿਓ ਜਿਹਦੀ ਹਾਈਟ ਜਲਦੀ ਤਾਂ ਨਿਕਲਦੀ ਹੈ ਜਿਹਦੀ ਜਲਦੀ ਜਿਵੇਂ 21 ਵੈਰਾਈਟੀ ਹੈ ਨਾ ਜਿਹੜੀ ਜੀ ਉਹ ਮਧਰਾ ਰਹਿੰਦਾ ਉਹਦੀ ਹਾਈਟ ਸਮਾਂ ਪਾ ਪਾ ਕੇ ਮਤਲਬ ਉਹ ਵੈਰਾਈਟੀ ਚੂਜ਼ ਕਰਨੀ ਹੈ ਤੁਸੀਂ ਜਿਹੜਾ ਜਿਹਦੀ ਗਰੋਥ ਤੇਜ਼ ਹੋਵੇ ਬਾਕੀ ਇਹ ਯਾਰ 126 ਠੀਕ ਰਹਿੰਦੀ ਹੈ ਹਾਂਜੀ ਜਿਵੇਂ ਘੱਟ ਟਾਈਮ ਵਾਲੀ ਵੈਰਾਈਟੀ ਹੈ ਉਹ ਤਾਂ ਅੱਛੀ ਗੱਲ ਹੈ 26 ਜਿਵੇਂ ਹਾਂ। ਹੋਰ ਕਿਹੜੀ ਵੈਰਾਈਟੀ ਸੀ ਮੈਂ ਆਪਣੇ ਦੇ ਲਈ ਕਿਹੜੀ ਰეკਮੈਂਡ ਕਰਦੇ ਹਾਂ ਨਹੀਂ ਤੁਸੀਂ ਆਪਣੇ ਏਰੀਆ ਦੇ ਮੁਤਾਬਕ ਵੈਸੇ ਤਾਂ ਦੇਖਣੀ ਚਾਹੀਦੀ ਹੈ ਜਦ ਕਿ ਢੰਗ ਤਰੀਕਾ ਬਿਜਾਈ ਦਾ ਸਮਝ ਨਹੀਂ 128 29 ਕਾਫੀ ਚੱਲਦੇ ਜਿਹੜੇ ਆਪਣੇ ਮੇਰੇ ਪੈਦਾ ਕਿੱਦਾਂ ਹੋਇਆ ਕਿੰਨੀ ਤਰੀਕ ਨੂੰ ਇਹਦਾ ਮਤਲਬ ਤੁਹਾਨੂੰ ਪੈਦਾ ਤੇ ਅਸੀਂ ਹੁਣ ਪ੍ਰੋਗਰਾਮ ਤੇ ਪਾਣੀ ਰਹਿ 25 ਤੋਂ 25 ਦੇ ਨੇੜੇ ਤੱਕ ਸਟਾਰਟ ਕਰੂੰਗਾ ਵਿਸ਼ਵ ਚਾਹੀਦਾ ਵਿਸ਼ਵ ਉਹ ਜਿਹੜਾ ਜਿਹੜਾ ਇਹਦਾ ਪਾਣੀ ਮੁਕਤ ਹੋ ਗਿਆ ਉਹ ਤਾਂ ਤੁਸੀਂ ਜੂਨ ਚ ਚਲੇ ਜਾਓ ਰੋਗ ਮੁਕਤ ਹੋ ਗਿਆ ਉਹਨੂੰ ਤਾਂ ਜੂਨ ਚ ਚੱਲ ਜਾਓ ਫੰਗੀ ਸਾਈਡ ਦੀ ਬਿਮਾਰੀ ਜਿਹੜੀ ਸਾਰੀ ਮੁਕਤ ਹੋ ਗਈ ਇਹ ਮੋਟਾ ਪੀਆਰ ਬਾਕੀ ਦਾ ਵੈਰਾਈਟੀ ਨਹੀਂ ਤੁਹਾਡੀ ਏਰੀਆ ਦੀ ਬਾਤ ਉਹਦਾ time period ਦਾ ਹਿਸਾਬ ਨਾਲ ਤੁਸੀਂ ਦੱਸ ਦਿਓ। ਉਹ ਆਪਣੇ ਮੁਤਾਬਕ ਟਾਈਮਿੰਗ ਕੀ ਹੈ ਕੋਈ ਹੋਣਾ ਚਾਹੀਦਾ ਜੇ ਤੁਸੀਂ ਸ਼ਾਇਦ ਨੂੰ ਮੰਨੋਗੇ 140 ਕੁ ਦਿਨ ਨਾਲ 11 ਦਿਨ ਜਿੰਦਾ 135 40 ਪੰਜਾਬ ਤੋਂ ਬਾਅਦ ਇਹ ਕਹਿੰਦਾ ਤੁਸੀਂ ਦੇਖੀਏ ਕਿਹੜੀ ਫਾਰਮ ਦੇ ਕਿਤੇ